ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦੋ ਬਹੁਤ ਹੀ ਅਹਿਮ ਮੁੱਦਿਆਂ ਬਾਰੇ। ਇੱਕ ਤਾਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦਿੱਲੀ ਕੂਚ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਦੇਸ਼ ਭਰ 'ਚ ਕੀਤੀ ਗਈ ਹੜਤਾਲ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਪਹਿਲਾਂ ਅਸੀਂ ਕਿਸਾਨੀ ਦੇ ਮੁੱਦੇ ਦੀ ਗੱਲ ਕਰਦੇ ਹਾਂ ਵੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਸੀ, ਉਸ ਨੂੰ ਹੁਣ ਹੋਰ ਸੰਘਰਸ਼ੀ ਰੂਪ ਦੇਣ ਲਈ ਉਹਨਾਂ ਨੇ 26 ਤੇ 27 ਨਵੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ। ਅੱਜ ਕਿਸਾਨ ਧਿਰਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ ਸੀ। ਉਹਨਾਂ ਨੂੰ ਰੋਕਣ ਲਈ ਭਾਜਪਾ ਸਰਕਾਰ, ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਹਰਿਆਣਾ ਦੀ ਸਰਕਾਰ ਹੋਵੇ, ਉਹਨਾਂ ਨੂੰ ਰੋਕਣ ਲਈ ਬਹੁਤ ਹੀ ਤਰ੍ਹਾਂ ਦੇ ਯਤਨ ਕੀਤੇ ਗਏ, ਤਰ੍ਹਾਂ ਦੇ ਹਥਕੰਡੇ ਅਪਣਾਏ ਗਏ, ਪਰ ਉਹ ਕਿਸਾਨਾਂ ਨੂੰ ਰੋਕਣ 'ਚ ਕਾਮਯਾਬ ਨਹੀਂ ਹੋ ਸਕੇ। ਕਿਸਾਨ ਪਿੱਛੇ ਨਹੀਂ ਹਟੇ ਬਲਕਿ ਅੱਗੇ ਵੱਧਦੇ ਗਏ ਨੇ। ਅਸੀਂ ਜਾਣਨਾ ਚਾਹਾਂਗੇ ਅੱਜ ਇਹ ਕਿੱਥੇ ਤੱਕ ਕਿਸਾਨ ਪਹੁੰਚ ਸਕੇ ਨੇ ਤੇ ਉਹਨਾਂ ਨੇ ਰੋਕਣ ਲਈ ਹਰਿਆਣਾ ਤੇ ਕੇਂਦਰ ਸਰਕਾਰ ਨੇ ਕੀ ਕੁਝ ਹਥਕੰਡੇ ਅਪਣਾਏ ਨੇ। ਅਸਲ ਦੇ ਵਿੱਚ ਜਿਹੜੀ ਮੂਵਮੈਂਟ ਸੀ ਇਦੋਂ ਪਹਿਲਾਂ ਇਹ ਮੰਨੀ ਜਾ ਰਹੀ ਹੈ ਕਿ ਪੰਜਾਬ ਦੀ ਮੂਵਮੈਂਟ ਹੈ। ਪੰਜਾਬ ਦਾ ਕਿਸਾਨ ਲੜਾਈ ਲੜ ਰਿਹਾ ਇਹਨਾਂ ਕਾਨੂੰਨਾਂ ਦੇ ਖਿਲਾਫ, ਬਿਜਲੀ ਦਾ ਤਜਵੀਜ਼ ਜੋ ਬਿੱਲ ਹੈ ਉਹਦੇ ਖਿਲਾਫ, ਤੇ ਪਲੱਸ ਜਿਹੜਾ ਇਨਵਾਇਰਨਮੈਂਟ ਦਾ ਬਾਅਦ ਦੇ ਵਿੱਚ ਆਇਆ ਜੀ, ਪਰਾਲੀ ਜਲਾਉਣ ਦੇ ਲਈ ਜੁਰਮਾਨੇ ਦਾ ਸਵਾਲ ਹੈ ਜੀ। ਔਰ ਇਹਦੇ ਤੇ ਲਗਾਤਾਰ ਕੋਸ਼ਿਸ਼ ਵੀ ਹੋਈ, ਇੱਕ ਗੱਲਬਾਤ ਵੀ ਹੋਈ 13 ਨਵੰਬਰ ਨੂੰ ਕਿਸਾਨਾਂ ਜਥੇਬੰਦੀਆਂ ਤੇ ਉਹਨਾਂ ਦੇ ਦਰਮਿਆਨ। ਉਦੋਂ ਬਾਅਦ ਕੇਂਦਰ ਸਰਕਾਰ ਨੇ ਅਸਲ 'ਚ ਜਿਹੜਾ ਵਤੀਰਾ ਮਤਲਬ ਵਿਵਹਾਰ ਜਿਹੜਾ ਅਪਣਾਇਆ ਉਹ ਇਹੋ ਜਿਹਾ ਸੀ ਜਿਹੜਾ ਉਕਸਾਉਣ ਵਾਲਾ ਹੈ, ਜਿਹੜਾ ਕੋਈ ਹੱਲ ਕਰਨ ਵਾਲਾ ਨਹੀਂ ਹੈ। ਜੇ ਹੱਲ ਕਰਨ ਵਾਲਾ ਹੁੰਦਾ ਤਾਂ ਮਾੜੀ ਮੋਟੀ ਗੱਲ ਕਿ ਟ੍ਰੇਨਾਂ ਪੈਸੰਜਰ ਚਲਾਓ ਜੀ, ਫੇਰ ਦੂਜੀਆਂ ਚਲਾਵਾਂਗੇ, ਪਹਿਲਾਂ ਹੀ ਟ੍ਰੇਨਾਂ ਚਲਾ ਦਿੱਤੀਆਂ ਜਾਂਦੀਆਂ ਤਾਂ ਥੋੜ੍ਹਾ ਜਿਹਾ ਇੱਕ ਮਾਹੌਲ ਬਣਦਾ ਹੁੰਦਾ, ਦੁਬਾਰਾ ਗੱਲਬਾਤ ਦਾ ਛੇਤੀ ਬਣ ਜਾਂਦਾ। ਹੁਣ ਜਦੋਂ ਉਹਨਾਂ ਨੇ ਉਸੇ ਦਿਨ ਕੇਂਦਰ ਸਰਕਾਰ ਨੂੰ ਇਹ ਕਹਿਤਾ ਸੀ ਕਿ ਸਾਡਾ 26-27 ਦਾ ਪ੍ਰੋਗਰਾਮ ਹੈ, ਉਹ 26-27 ਦੇ ਪ੍ਰੋਗਰਾਮ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇੱਕ ਦਿਨ ਪਹਿਲਾਂ ਡੇਟ ਅਨਾਊਂਸ ਕਰ ਦਿਓ ਕਿ ਅਸੀਂ ਤੁਹਾਡੀ 3 ਦਸੰਬਰ ਨੂੰ ਮੀਟਿੰਗ ਰੱਖੀ ਹੈ। 3 ਦਸੰਬਰ ਦੀ ਮੀਟਿੰਗ ਦੀ ਤੁਕ ਕੀ ਹੈ? ਤੇ ਜੇ ਮੀਟਿੰਗ ਬਣਾਉਣੀ ਸੀ ਤਾਂ 26 ਤੋਂ ਪਹਿਲਾਂ ਬਣਾਉਣੀ ਸੀ, ਤਾਂ ਕਿ ਕੋਈ ਜੇ ਗੱਲ ਮਾੜੀ ਮੋਟੀ ਨੇੜੇ ਜਾਂ ਕੋਈ ਕੁਛ ਉਹ ਮੰਨਦੇ ਕੁਛ ਉਹ, ਤਾਂ ਕਿ ਥੋੜ੍ਹਾ ਬਹੁਤ ਕਿਸੇ ਪਾਸੇ ਗੱਲ ਤੁਰਦੀ। ਉਹ 3 ਵਾਲਾ ਜਿਹੜਾ ਕਰਨ ਦੀ ਸਵਾਲ ਹੈ, ਤੇ ਹੁਣ ਇਸ ਸਟੇਜ 'ਚ ਆ ਕੇ ਕਿਸਾਨ ਉਹਨੂੰ ਆਪਣੀ ਮੂਵਮੈਂਟ ਨੂੰ ਰੋਕਦੇ ਤਾਂ ਸੰਭਵ ਹੀ ਨਹੀਂ ਸੀ ਜੀ। ਇਸੇ ਕਰਕੇ ਕਿਸਾਨਾਂ ਨੇ ਫੈਸਲਾ ਕੀਤਾ ਸੀ ਮਿਲ ਕੇ ਕਿ ਸਾਡਾ ਸ਼ਾਂਤਮਈ ਅੰਦੋਲਨ ਹੈ, ਔਰ ਇਹ ਅੰਦੋਲਨ ਸ਼ਾਂਤਮਈ ਐ ਨਹੀਂ ਕਿ ਉਹਦੇ ਕਹਿਣ ਕਰਕੇ ਹੈ, ਪ੍ਰੈਕਟੀਕਲੀ ਦਿਖਾਇਆ ਅੱਜ ਤੱਕ ਉਹਨਾਂ ਨੇ ਕਿ ਇਹ ਸ਼ਾਂਤਮਈ ਅੰਦੋਲਨ ਹੈ। ਕਿਸੇ ਦੇ ਕੋਈ ਬਹੁਤ ਮਾੜੀ ਮੋਟੀ ਫੁੱਲ ਦੀ ਵੀ ਗੱਲ ਨਹੀਂ ਲੱਗੀ, ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਤੇ ਅਸੀਂ ਕੇਵਲ ਰਾਮਲੀਲਾ ਗਰਾਊਂਡ ਦੇ ਵਿੱਚ ਜਾ ਕੇ ਆਪਣੀ ਗੱਲ ਕਰਨਾ ਚਾਹੁੰਦੇ ਹਾਂ 2 ਦਿਨ ਵਾਸਤੇ। ਰਾਮਲੀਲਾ ਗਰਾਊਂਡ ਇੱਕ ਗਰਾਊਂਡ ਹੈ ਜਿਹੜਾ ਦਿੱਲੀ ਦੇ ਵਿੱਚ ਇਹ ਲਾਇਆ ਕਿ ਕਰੋਨਾ ਫਿਰਦਾ ਹੈ। ਕੱਲਾ ਕਰੋਨਾ ਦਿੱਲੀ 'ਚ ਤੁਰਿਆ ਫਿਰ ਰਿਹਾ ਜਾਂ ਦੇਸ਼ ਦੇ ਵਿੱਚ ਬਾਕੀ ਜਗ੍ਹਾ ਵੀ ਹੈ? ਇੱਕ ਤਾਂ ਇਹ ਸਵਾਲ ਹੈ। ਦੂਜੀ ਗੱਲ, ਤੁਸੀਂ ਦਿੱਲੀ ਦੇ ਵਿੱਚ ਇੱਕ ਪ੍ਰਬੰਧ ਕਰ ਸਕਦੇ ਸੀ ਕਿ ਇਹਨਾਂ ਨੂੰ ਤੁਸੀਂ ਰਾਮਲੀਲਾ ਗਰਾਊਂਡ ਤੋਂ ਬਾਹਰ ਨਹੀਂ ਜਾਣਾ, ਦਿੱਲੀ ਦੇ ਲੋਕਾਂ ਨੂੰ ਨਹੀਂ ਮਿਲਣਾ, ਦਿੱਲੀ ਦੇ ਇੱਧਰ ਉੱਧਰ ਨਹੀਂ ਜਾਣਾ, ਤੇ ਤੁਸੀਂ ਜੋ ਵੀ ਸਿਸਟਮ ਕਰਨਾ ਸੀ ਉਸ ਤਰੀਕੇ ਦਾ ਕਰ ਸਕਦੇ ਸੀ। ਪਰ ਸ਼ਾਂਤਮਈ ਤਰੀਕੇ ਦੇ ਨਾਲ, ਮਤਲਬ ਜ਼ਬਰਦਸਤੀ ਕਰਕੇ ਰੋਕਣ ਦਾ ਜਿਹੜਾ ਮਾਮਲਾ ਸੀ, ਇਹ ਸਗੋਂ ਹੋਰ ਉਹਨਾਂ ਨੂੰ ਉਕਸਾਉਣ ਵਾਲਾ ਤਰੀਕਾ ਹੁੰਦਾ ਕਿ ਅੱਛਾ ਤੁਸੀਂ ਸਾਨੂੰ ਅੱਜ ਖਾਸ ਤੌਰ ਤੇ ਕਿਸਾਨਾਂ ਨੇ ਇਸ ਕਰਕੇ ਵੀ ਇੱਦਾਂ ਰੱਖਿਆ ਸੀ ਕਿ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਬਣ ਕੇ ਤਿਆਰ ਹੋ ਗਿਆ ਸੀ, ਅਪਰੂਵ ਹੋ ਗਿਆ ਸੀ, ਲਾਗੂ, ਚਾਹੇ ਉਹ 26 ਜਨਵਰੀ 1950 ਨੂੰ ਹੋਇਆ। ਔਰ ਅੱਜ ਹੋਰ ਵੀ ਇੱਕ ਦੂਜਾ ਸਵਾਲ ਵੀ ਹੈ ਕਿ 26 ਨਵੰਬਰ ਜਿਹੜਾ ਇੱਕ 9/11 ਦੀ ਜਿਹੜੀ 26/11 ਦਾ ਜਿਹੜਾ 2008 ਦੇ ਵਿੱਚ ਹਮਲਾ ਸੀ, ਉਹਦਾ ਵੀ ਅਸੀਂ ਦੋ ਗੱਲਾਂ ਇਹਦੇ ਨਾਲ ਜੁੜਦੀਆਂ ਨੇ। ਔਰ ਅੱਜ ਇਹ ਵੀ ਲੱਗ ਰਿਹਾ ਸੀ, ਇਹ ਕਿਸਾਨ ਇਹ ਮਹਿਸੂਸ ਕਰ ਰਹੇ ਨੇ ਕਿ ਜਿਵੇਂ ਤੁਸੀਂ ਬਾਹਰਲੇ ਹਮਲਾਵਰਾਂ ਦੇ ਨਾਲ ਬੈਰੀਕੇਡ ਲਾਉਣੇ ਨੇ, ਉੱਥੇ ਮਤਲਬ ਸਰਹੱਦਾਂ 'ਤੇ ਕਰ ਰਹੇ ਹੋ ਕੰਮ, ਉਵੇਂ ਹੱਦ ਬਣਾਤੀ, ਬਾਰਡਰ ਇਹੋ ਜਿਹਾ ਬਣਾਤਾ ਕਿ ਤੁਸੀਂ ਇੱਕ ਪੂਰੇ ਸੂਬੇ ਦੇ ਨਾਗਰਿਕ ਤੁਹਾਡੇ ਦੂਜੇ ਸੂਬੇ 'ਚ ਜਾਂ ਦੇਸ਼ ਦੀ ਰਾਜਧਾਨੀ 'ਚ ਨਹੀਂ ਜਾਣਗੇ। ਉੱਥੇ 3-3 4-4 ਲੇਅਰਜ਼ ਦੇ ਵਿੱਚ ਤੁਸੀਂ ਜਾ ਕੇ ਕੰਡਿਆਂ ਵਾਲਾ ਲਾਤਾ ਤਾਰ, ਫਿਰ ਪਹਿਲਾਂ ਦੂਜੇ ਬੈਰੀਗੇਟ ਲਾਤੇ, ਫਿਰ ਪੱਥਰ ਰੱਖਤੇ, ਫਿਰ ਅੱਗੇ ਤੁਹਾਡੀ ਪੁਲਿਸ ਖੜੀ ਹੈ। ਔਰ ਇਹ ਤਰੀਕਾ ਨਹੀਂ ਉਸ ਲੈਵਲ 'ਤੇ ਸਹੀ ਸੀ। ਫਿਰ ਵੀ ਇਹਦੇ ਬਾਵਜੂਦ ਕਿਸਾਨ ਆਏ, ਕਿਸਾਨਾਂ ਨੇ ਉੱਥੇ ਕਾਫੀ ਦੇਰ ਤੱਕ ਵੇਟ ਵੀ ਕੀਤੀ, ਰੁਕੇ ਵੀ, ਤੇ ਜਿਹੜੇ ਥਾਵਾਂ ਤੋਂ ਮੇਨ 3 ਜਗ੍ਹਾ ਤੋਂ ਸੀ ਪਰ 4 ਜਗ੍ਹਾ ਤੋਂ ਕਿਸਾਨ ਇੰਟਰ ਕੀਤੇ ਇਸ ਲੈਵਲ ਦੇ ਉੱਤੇ। ਤੇ ਉਹਦੇ 'ਚ ਯੂਥ ਸੀ। ਯੂਥ ਦਾ ਨਾਰਮਲੀ ਇਹ ਹੁੰਦਾ ਕਿ ਜਦੋਂ ਤੁਹਾਡੇ ਸਾਹਮਣੇ ਕੋਈ ਬੰਦਾ ਤੁਹਾਨੂੰ ਉਕਸਾਉਂਦਾ ਤਾਂ ਉਹ ਜ਼ਿਆਦਾ ਚਾਰਜਡ ਹੋ ਜਾਂਦਾ। ਤਾਂ ਉਹਨਾਂ ਨੇ ਕੀਤਾ ਕੀ ਹੈ ਕਿ ਇਦੋਂ ਪਹਿਲਾਂ, ਸਭ ਤੋਂ ਪਹਿਲਾਂ ਤਾਂ ਕੱਲ੍ਹ ਹੀ 25 ਤਰੀਕ ਨੂੰ ਹਰਿਆਣੇ ਦੇ ਵਿੱਚ 24 ਤਰੀਕ ਦੇ ਤੋਂ ਹੀ ਗ੍ਰਿਫਤਾਰੀਆਂ ਸਟਾਰਟ ਕਰਤੀਆਂ ਲੀਡਰਾਂ ਦੀਆਂ। ਲਗਭਗ 50 ਤੋਂ ਜ਼ਿਆਦਾ ਆਗੂ ਗ੍ਰਿਫਤਾਰ ਕਰ ਲਏ, ਤੇ ਇੱਕ ਵੱਡਾ ਆਗੂ ਜਿਹੜਾ ਗੁਰਨਾਮ ਸਿੰਘ ਸੀਗਾ,
ਤੇ ਉਹ ਨਹੀਂ, ਉਹ ਲੁਕ ਛਿਪ ਕੇ ਬਚਿਆ ਤੇ ਉਹਨੇ ਇਸੇ ਕਰਕੇ ਪਹਿਲਾਂ ਸੰਭੂ ਬੈਰੀਅਰ ਦੇ ਨੇੜੇ ਦਿੱਤਾ ਸੀ ਸੱਦਾ ਇਕੱਠੇ ਹੋਣ ਦਾ, ਤੇ ਫਿਰ ਉਹ ਬਦਲਤਾ ਮੰਡੀ ਦੇ ਵਿੱਚ, ਮੋੜਾ ਮੰਡੀ ਦੇ ਵਿੱਚ ਉਹਨਾਂ ਨੂੰ ਕਿਹਾ ਇਕੱਠੇ ਹੋਵੋ। ਉੱਥੋਂ ਹਜ਼ਾਰਾਂ ਕਿਸਾਨ ਇਕੱਠੇ ਹੋ ਕੇ ਉਹਨਾਂ ਨੇ ਫਿਰ ਪਹਿਲਾਂ ਅੰਬਾਲੇ ਦਾ ਨਾਕਾ ਤੋੜਿਆ ਔਰ ਫਿਰ ਅਗਲਾ ਨਾਕਾ ਤੋੜਿਆ, ਤੇ ਹੁਣ ਉਹ ਕਰਨਾਲ ਵੀ ਮਤਲਬ ਕ੍ਰਾਸ ਕਰ ਗਏ ਨੇ ਜੀ। ਤੇ ਇਹ ਪੰਜਾਬ ਵਾਲਿਆਂ ਨੇ ਵੀ ਫਿਰ ਉਹਦੇ ਤੋਂ ਵੀ ਉਤਸ਼ਾਹਤ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ, ਨੈਸ਼ਨਲ ਮੀਡੀਆ ਚਾਹੇ ਖਬਰ ਨਹੀਂ ਵੀ ਦੇ ਰਿਹਾ ਉਸ ਰੂਪ ਦੇ ਵਿੱਚ, ਇਹਨਾਂ ਨੂੰ ਵੀ ਉਸ ਐਕਸ਼ਨ ਨੇ ਸ਼ਾਇਦ ਮਤਲਬ ਚਾਰਜਡ ਕੀਤਾ ਕਿ ਜਦ ਉਹ ਜਾ ਰਹੇ ਨੇ ਤਾਂ ਆਪਾਂ ਨੂੰ ਵੀ ਪਿੱਛੇ ਜਾਣਾ ਚਾਹੀਦਾ। ਤੇ ਫਿਰ ਇਹਨਾਂ ਨੇ ਸੰਭੂ ਤੋੜਿਆ, ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵੀ ਛੱਡੇ, ਪੁਲਿਸ ਨੇ ਵਿਛਾੜਾਂ ਵੀ ਛੱਡੀਆਂ ਅੱਜ ਦੇ ਸਰਦੀ ਦੇ ਮੌਸਮ 'ਚ ਜਿਸ ਲੈਵਲ ਦੀਆਂ ਵਿਛਾੜਾਂ ਨੇ। ਔਰ ਜਿਹੜੇ ਫਿਰ ਜਦੋਂ ਇੱਕ ਬਹੁਤ ਵੱਡਾ ਹਜੂਮ, ਔਰ ਉਹ ਵੀ ਐਨਰਜੈਟਿਕ ਹਜੂਮ ਜਾਂ ਜਿਹੜਾ ਐਨਰਜੀ ਵਾਲਾ ਜਿਹੜਾ ਇੱਕ ਯੂਥ ਹੈ ਉਹ ਇਕੱਠਾ ਹੋਇਆ ਹੁੰਦਾ, ਤਾਂ ਤੁਹਾਡੇ ਮਸ਼ੀਨਾਂ ਨਾਲ ਕੀਤੇ ਕੰਮ ਵੀ ਉਹਨਾਂ ਨੇ ਚੱਕ ਕੇ ਉਹ ਮਤਲਬ ਘੱਗਰ ਦਰਿਆ ਸੁੱਟ ਤੇ ਜਿਹੜੇ ਬੈਰੀਕੇਡ ਨੇ, ਪੱਥਰ ਵੀ ਚੱਕ ਕੇ ਕਿਤੇ ਸਾਈਡਾਂ ਤੇ ਮਾਰੇ ਚੱਕ ਕੇ, ਤੇ ਉਹ ਲੰਘ ਗਏ ਨੇ। ਇੱਥੋਂ ਵੀ ਲੰਘੇ ਨੇ, ਟੋਹਾਣੇ ਕੋਲੋਂ ਲੰਘੇ ਨੇ, ਰਤੀਏ ਤੋਂ ਲੰਘੇ ਨੇ, ਤੇ ਅੱਗੇ ਡੱਬ ਵਾਲੀ ਦਾ ਜਿਹੜਾ ਉਹ ਤੇ ਖਨੌਰੀ ਦਾ ਜਿਹੜਾ ਮਾਮਲਾ ਹੈ, ਉਹ ਸਾਰੇ ਕਿਤੋਂ ਜਿਹੜੇ ਪੰਜਾਬੀ ਨੌਜਵਾਨ ਨੇ ਉਸ ਪਾਸੇ ਵੱਲ ਚਲੇ ਗਏ ਨੇ। ਔਰ ਕਿੱਥੇ ਜਾਂਦੇ ਨੇ, ਅੱਗੇ ਕਿੰਨੀਆਂ ਔਕੜਾਂ ਹੁੰਦੀਆਂ ਨੇ, ਉਹ ਅਲੱਗ-ਅਲੱਗ ਸਵਾਲ ਹੈ। ਪਰ ਜਿਹੜਾ ਮਾਹੌਲ ਇੱਕ ਸਾਡੇ ਸਾਹਮਣੇ ਟਕਰਾਅ ਦਾ ਬਣਾ ਦਿੱਤਾ ਗਿਆ, ਇਹ ਟਕਰਾਅ ਤੋਂ ਬਿਨਾਂ ਸਰ ਸਕਦਾ ਸੀ। ਸਿੰਪਲ ਰੈਲੀ ਕਰਕੇ 2 ਦਿਨ ਆਪਣੀ ਗੱਲ ਕਹਿ ਕੇ ਉਹ ਵਾਪਸ ਆ ਜਾਂਦੇ। ਹੁਣ ਸ਼ਾਇਦ ਪਤਾ ਨਹੀਂ ਕਿੰਨੇ ਦਿਨ ਚੱਲੂਗਾ। ਉਗਰਾਹਾਂ ਗਰੁੱਪ ਨੇ ਜਿਹੜੇ 2 ਧਰਨੇ ਲਾਏ ਨੇ ਖਨੌਰੀ ਤੇ ਡੱਬ ਵਾਲੀ, ਉਹਨਾਂ ਨੇ ਕਿਹਾ ਹਫ਼ਤੇ ਲਈ ਅਸੀਂ ਬੈਠੇ ਹਾਂ, ਹਫ਼ਤੇ ਤੋਂ ਬਾਅਦ ਫਿਰ ਮੀਟਿੰਗ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਇਦੋਂ ਪਹਿਲਾਂ ਕਿਹਾ ਸੀ ਕਿ ਜਿੱਥੇ ਰੋਕਣਗੇ ਉੱਥੇ ਹੀ ਬੈਠ ਜਾਾਂਗੇ, ਅਣਮਿੱਥੇ ਸਮੇਂ ਲਈ ਧਰਨਾ ਹੋਊਗਾ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਇਹ ਸਾਰੀਆਂ ਗੱਲਾਂ ਦੇ ਵਿੱਚ ਅੱਜ ਦੀ ਜਿਹੜੀ ਹਕੀਕਤ ਉਹ ਸਾਡੇ ਸਾਹਮਣੇ ਹੈ ਕਿ ਕਿਸਾਨਾਂ ਨੇ ਮਤਲਬ ਉਹਨੂੰ ਤੋੜਤਾ, ਜਿਹੜੀਆਂ ਰੋਕਾਂ ਨੇ ਉਸ ਪੱਧਰ ਦੇ ਉੱਤੇ। ਹੁਣ ਦਿੱਲੀ ਦੇ ਵਿੱਚ ਵੜਨ ਵੇਲੇ ਕਿਸ ਲੈਵਲ ਦਾ ਟਕਰਾਅ ਹੋਣਾ, ਔਰ ਜੇ ਟਕਰਾਅ ਵੱਧ ਜਾਂਦਾ ਹੈ, ਇਹਦੇ 'ਚ ਕੋਈ ਕਲੈਸ਼ ਇਦੋਂ ਜ਼ਿਆਦਾ ਸੰਭਵ ਹੋ ਸਕਦਾ, ਤਾਂ ਇਹ ਬਹੁਤ ਖਤਰਨਾਕ ਹੈ। ਔਰ ਇਹ ਮੂਵਮੈਂਟ ਲਈ ਵੀ ਖਤਰਨਾਕ ਹੁੰਦਾ ਕਿ ਜੇਕਰ ਹਿੰਸਾ ਹੋਣੀ ਸਟਾਰਟ ਹੋ ਜਾਂਦੀ ਹੈ ਜਾਂ ਤੁਸੀਂ ਇਸ ਲੈਵਲ ਦਾ ਕਰਦੇ ਹੋ, ਇਹ ਪੂਰੇ ਕੰਟਰੀ ਜਾਂ ਬਾਕੀ ਲਈ ਵੀ ਹੈ। ਔਰ ਅਗਲੀ ਗੱਲ ਇਹ ਹੈ ਕਿ ਇਹ ਕੇਵਲ ਪਹਿਲੀ, ਹੁਣ ਇਹ ਅੰਦੋਲਨ ਜਿਹੜਾ ਹੈ ਇਕੱਲੇ ਪੰਜਾਬ ਨਾਲ ਨਹੀਂ, ਪੰਜਾਬ ਦੇ ਵਿੱਚ ਤਾਂ ਇਹ ਭਖ ਹੀ ਰਿਹਾ, ਹੋਰ ਵੀ ਭਖਣ ਦੀ ਇਹਦੀ ਸੰਭਾਵਨਾ ਹੈ। ਤੇ ਹਰਿਆਣੇ ਦੇ ਵਿੱਚ ਵੀ ਜਿਸ ਲੈਵਲ ਦਾ ਟਕਰਾਅ ਵੱਧ ਰਿਹਾ, ਤੇ ਹਰਿਆਣੇ 'ਚ ਤਾਂ ਭਖੂਗਾ ਹੀ, ਤੇ ਹੋਰਾਂ ਸੂਬਿਆਂ ਦੇ ਵਿੱਚੋਂ ਵੀ ਆਏ ਲੋਕ ਰੋਕੇ ਹੋਏ ਨੇ। ਹਮੀਰ ਸਿੰਘ ਜੀ, ਇਹ ਤਾਂ ਸੀ ਕਿਸਾਨੀ ਸੰਘਰਸ਼ ਦੀ ਗੱਲ। ਇਹਦੇ ਨਾਲ ਹੀ ਆਪਾਂ ਗੱਲ ਕਰੀਏ ਤਾਂ ਟ੍ਰੇਡ ਯੂਨੀਅਨਾਂ ਦੀ, ਜਿਨ੍ਹਾਂ ਨੇ ਅੱਜ ਕੌਮੀ ਪੱਧਰ ਤੇ ਹੜਤਾਲ ਦਾ ਐਲਾਨ ਕੀਤਾ ਗਿਆ। ਦੇਸ਼ ਭਰ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਆਪਣੇ ਆਪਣੇ ਲੈਵਲ ਤੇ, ਜ਼ਿਲ੍ਹਾ ਪੱਧਰ ਤੇ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਦਿੱਤੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਉਹਨਾਂ ਦੀ ਕੀ ਮੰਗਾਂ ਨੇ, ਉਹ ਧਰਨਿਆਂ ਦਾ ਮੁੱਖ ਮਕਸਦ ਕੀ ਆ? ਅਸਲ ਦੇ ਵਿੱਚ ਤਾਂ ਜਿਹੜੀ ਮੋਦੀ ਸਰਕਾਰ ਹੈ ਜਾਂ ਉਦੋਂ ਪਹਿਲੀਆਂ ਸਰਕਾਰਾਂ ਨੇ ਵੀ ਜਿਹੜਾ ਸਾਡੇ ਡਿਵੈਲਪਮੈਂਟ ਦਾ ਮਾਡਲ ਹੈ, ਡਿਵੈਲਪਮੈਂਟ ਜਿੱਧਰ ਨੂੰ ਲਿਜਾ ਰਹੇ ਨੇ, ਉਹ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਹੈ, ਤੇ ਉਹ ਕਿਰਤੀਆਂ ਦੇ, ਕਿਸਾਨਾਂ ਦੇ ਜਾਂ ਆਮ ਛੋਟੇ ਵਪਾਰੀਆਂ ਦੇ ਖਿਲਾਫ ਹੈ ਉਹ ਸਾਰੇ ਦਾ ਸਾਰਾ। ਔਰ ਇਸੇ ਤਰ੍ਹਾਂ ਜਿਵੇਂ ਖੇਤੀ ਦੇ 3 ਕਾਨੂੰਨ ਜਿਨ੍ਹਾਂ ਵਾਲੇ ਰੌਲਾ ਪੈ ਰਿਹਾ, ਉਹ ਕਿਸਾਨ ਵਿਰੋਧੀ ਨੇ, ਖੇਤੀ ਵਿਰੋਧੀ ਨੇ, ਤੇ ਕੇਵਲ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਨੇ। ਉਵੇਂ ਕਿਰਤੀਆਂ ਨਾਲ ਸੰਬੰਧਿਤ ਕਾਨੂੰਨ ਵੀ ਇਹੀ ਨੇ ਕਿ ਕਿਰਤੀਆਂ ਦੇ ਮਾਮਲੇ ਦੇ ਵਿੱਚ ਜਿਹੜੇ ਕੋਡ ਬਣਾ ਦਿੱਤੇ ਨੇ, ਜਿਹੜੇ ਹੁਣ ਤੱਕ ਦੇ ਉਹਨਾਂ ਨੂੰ ਹੱਕ ਸੀਗੇ, ਘੱਟੋ ਘੱਟ ਉਜਰਤ ਦੇ ਕਾਨੂੰਨ ਦਾ ਹੱਕ ਸੀ, ਉਹਨਾਂ ਦੀ ਸਿਕਿਉਰਿਟੀ ਦਾ ਹੱਕ ਸੀ, ਪੈਨਸ਼ਨ ਦਾ ਸਵਾਲ ਸੀ, ਬਾਕੀ ਜਿੰਨੇ ਕੰਮ ਦੇ ਘੰਟਿਆਂ ਦੇ ਸਵਾਲ ਸੀ, ਇਹ ਸਾਰੇ ਸਵਾਲ ਤੁਸੀਂ ਬਦਲ ਕੇ ਕਾਰਪੋਰੇਟ ਦੇ ਪੱਖ 'ਚ ਹਾਇਰ ਐਂਡ ਫਾਇਰ ਦਾ ਉਹਨਾਂ ਨੂੰ ਤੁਸੀਂ ਮੌਕਾ ਦਿੱਤਾ ਕਿ 300 ਤੋਂ ਘੱਟ ਜਿੱਥੇ ਵੀ ਫੈਕਟਰੀ 'ਚ ਕੰਮ ਕਰਦੇ ਲੋਕ ਨੇ, ਉਹਨਾਂ ਨੂੰ ਜਿੱਦਣ ਮਰਜ਼ੀ ਬਾਹਰ ਕਿਹਾ ਜਾ ਸਕਦਾ, ਅੱਜ ਤੋਂ ਨਾ ਆਏ। ਅੱਗੇ ਘੱਟੋ ਘੱਟ ਸਰਕਾਰ ਦੀ ਮਨਜ਼ੂਰੀ ਲੈਣੀ ਪੈਂਦੀ ਸੀ ਬੰਦ ਕਰਨ ਲਈ ਜਾਂ ਬਾਕੀ ਦੀਆਂ ਚੀਜ਼ਾਂ ਸੀ। ਉਹਨਾਂ ਦੇ ਵੀ ਹੱਕ ਨਿਚੋੜੇ ਜਾ ਰਹੇ ਨੇ। ਔਰ ਇਸੇ ਦੇ ਨਾਲ ਦੀ ਨਾਲ ਇਹ ਹੈ ਕਿ ਜਿਹੜਾ ਤਾਕਤਾਂ ਦੇ ਕੇਂਦਰੀਕਰਨ ਦਾ ਸਵਾਲ ਹੈ, ਤਾਨਾਸ਼ਾਹੀ ਟਾਈਪ ਦੇ ਕਾਨੂੰਨ ਲਾਗੂ ਕਰਨ ਦਾ ਸਵਾਲ ਹੈ, ਉਹ ਰਾਜਾਂ ਦੇ ਹੱਕ ਵੀ ਖੋਹ ਰਹੇ ਆ ਤੇ ਉਹ ਆਮ ਬੰਦੇ ਦੇ ਹੱਕ ਵੀ ਖੋਹ ਰਿਹਾ, ਦੋਨਾਂ ਦੇ। ਇਸੇ ਕਰਕੇ ਇਹ ਕਿਰਤੀਆਂ ਦੀ ਜਿਹੜੀ 26 ਤਰੀਕ ਨੂੰ ਧਿਆਨ ਦੇ ਵਿੱਚ ਰੱਖ ਕੇ ਅੱਜ ਉਹਨਾਂ ਦੀ ਹੜਤਾਲ ਸੀ। ਬੈਂਕਾਂ ਵੀ ਬੰਦ ਨੇ, ਬੈਂਕਿੰਗ ਇੰਪਲਾਈ ਯੂਨੀਅਨ ਬੜੀ ਵੱਡੀ ਯੂਨੀਅਨ ਹੈ, ਬਾਕੀ ਦੇ ਖੇਤਰਾਂ ਦੇ ਵਿੱਚ ਵੀ ਅੱਜ ਪੂਰਾ ਬੰਦ ਹੈ। ਉਹ ਅਲੱਗ ਸਵਾਲ ਹੈ ਕਿ ਘੱਟੋ ਘੱਟ ਬਹੁ ਗਿਣਤੀ ਇਸ ਦੇਸ਼ ਦੀ, ਜਿਹਦੇ 'ਚ ਜੇ ਟ੍ਰੇਡ ਯੂਨੀਅਨਾਂ ਤੇ ਬਾਕੀ ਜਨਤਕ ਜਥੇਬੰਦੀਆਂ ਵੀ ਲਾ ਲਓ ਹੜਤਾਲ ਤੇ ਨੇ, ਕਿਸਾਨੀ ਅੰਦੋਲਨਰਤ ਹੈ, ਇਹਦੇ ਬਾਵਜੂਦ ਜੇਕਰ ਓਵਰਆਲ ਨੈਸ਼ਨਲ ਜਾਂ ਬਾਕੀ ਮੀਡੀਆ ਗੱਲ ਨਹੀਂ ਕਰ ਰਿਹਾ, ਤਾਂ ਇਹ ਨਜ਼ਰ ਆਉਂਦਾ ਕਿ ਉਹ ਵੀ ਕਾਰਪੋਰੇਟ ਦੇ ਸਾਈਡ ਤੇ ਹੀ ਖੜਾ ਨਜ਼ਰ ਆਉਂਦਾ, ਜਾਂ ਪਾਰਟੀਆਂ ਵੀ ਕਾਰਪੋਰੇਟ ਦੇ ਸਾਈਡ ਤੇ ਖੜੀਆਂ ਨਜ਼ਰ ਆਉਂਦੀਆਂ ਨੇ। ਤੇ ਲੜਾਈ ਅੱਜ ਦੇਸ਼ ਦਾ ਵੱਡਾ ਵਰਗ, ਅੱਜ ਲੜਾਈ ਦਾ ਦਿਨ ਸੀ ਉਹਦਾ। ਹਮੀਰ ਸਿੰਘ ਜੀ, ਆਪਾਂ ਮੁੜ ਕਿਸਾਨੀ ਦੀ ਗੱਲ ਕਰਦੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਸਾਨੂੰ ਦੱਸ ਕੇ ਹਟਿਓ ਵੀ ਕਿ ਹਰਿਆਣਾ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਰੋਕਣ ਲਈ ਟ੍ਰਿਪਲ ਲੇਅਰ ਜਿਹੜੀ ਹੈਗੀ ਹੈ ਸਿਕਿਉਰਿਟੀ ਦਾ ਉਹ ਕੀਤਾ, ਬੰਦੋਬਸਤ ਕੀਤਾ ਤਾਂ ਕਿ ਕਿਸਾਨ ਅੰਦਰ ਨਾ ਵੜ ਸਕਣ। ਪਰ ਕਿਸਾਨਾਂ ਨੇ ਉਹਨਾਂ ਦੀ ਸਾਰੀ ਸਿਕਿਉਰਿਟੀ ਨੂੰ ਜਿਹੜਾ ਹੈਗਾ ਤਹਿਸ ਨਹਿਸ ਕਰਦਿਆਂ
ਉਹ ਕਾਫੀ ਅੰਦਰ ਤੱਕ ਜਿਹੜੇ ਹੈਗੇ ਚਲੇ ਗਏ ਨੇ। ਅਸੀਂ ਇਹਦੇ ਨਾਲ ਹੀ ਇੱਕ ਚੀਜ਼ ਹੋਰ ਵੀ ਵਿਖਾਈ ਦੇ ਰਹੀ ਹੈ ਕਿ ਪੰਜਾਬ ਦੇ ਹਰਿਆਣਾ ਦੇ ਮੁੱਖ ਮੰਤਰੀ ਵੀ ਇੱਕ ਦੂਜੇ ਤੇ ਦੋਸ਼ ਲਗਾਉਂਦੇ ਦਿਖਾਈ ਦੇ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਉਹ ਕੀ ਗੱਲ ਸੀ, ਕੀ ਦੋਸ਼ ਲਗਾ ਰਹੇ ਨੇ। ਅਸਲ ਦੇ ਵਿੱਚ ਇਸੇ ਸੰਘਰਸ਼ ਬਾਰੇ ਅਪਰੋਚ ਅਲੱਗ-ਅਲੱਗ ਹੈ। ਜਿਵੇਂ ਪੰਜਾਬ ਦੇ ਵਿੱਚ ਤਾਂ ਅਪਰੋਚ ਇਹ ਹੋ ਗਈ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਸਾਡੇ ਹੱਕ ਖੋ ਰਹੀ ਹੈ, ਔਰ ਪੰਜਾਬ ਦੀ ਵਿਧਾਨ ਸਭਾ ਨੇ ਇਸੇ ਕਰਕੇ ਬਿੱਲ ਵੀ ਪਾਸ ਕੀਤੇ ਨੇ ਆਪਣੇ ਕਿ ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਇਸੇ ਲਈ ਇੱਕ ਤਾਂ ਇਹ ਕਾਰਨ ਹੈ, ਦੂਜਾ ਕਾਰਨ ਪੰਜਾਬ 'ਚ ਤੁਰੰਤ 2022 ਦੀ ਇਲੈਕਸ਼ਨ ਵੀ ਹੈ ਤੇ ਅਮਰਿੰਦਰ ਸਿੰਘ ਉਹ ਟਕਰਾ ਕਿਸਾਨਾਂ ਨਾਲ ਅਫੋਰਡ ਨਹੀਂ ਕਰਦੇ, ਬਲਕਿ ਉਹਨਾਂ ਨੂੰ ਲੱਗਦਾ ਕਿ ਇਹ ਮੂਵਮੈਂਟ ਤੋਂ ਮੈਂ ਫਾਇਦਾ ਉਠਾ ਕੇ ਸ਼ਾਇਦ 22 'ਚ ਵੀ ਜਿੱਤ ਜਾਂ, ਇਸ ਲੈਵਲ ਦਾ ਹੋ ਸਕਦਾ। ਪਰ ਹਰਿਆਣੇ ਦੇ ਵਿੱਚ ਕਿਉਂਕਿ ਬੀਜੇਪੀ ਗਵਰਨਮੈਂਟ ਹੈ, ਖੱਟੜ ਸਰਕਾਰ ਹੈ, ਤੇ ਉਹ ਤਾਂ ਜਿਵੇਂ ਉਹਦਾ ਬੌਸ ਕਹਿਣਗੇ ਬੀਜੇਪੀ ਦੇ ਉੱਪਰਲੇ ਬੰਦੇ ਜਾਂ ਕੇਂਦਰ ਸਰਕਾਰ ਉਹਨਾਂ ਦੀ ਮਤਲਬ ਆਰਡਰ ਨੂੰ, ਉਹਨਾਂ ਦੇ ਹੁਕਮ ਨੂੰ ਮੰਨ ਰਹੇ ਨੇ ਕਿ ਕਿਸੇ ਨਾ ਕਿਸੇ ਰੂਪ 'ਚ। ਤੇ ਅਮਰਿੰਦਰ ਸਿੰਘ ਨੇ ਜਿਹੜਾ ਟਵੀਟ ਕਰਕੇ ਕਿਹਾ ਸੀ ਕਿ ਕਿਸਾਨ ਸ਼ਾਂਤਮਈ ਨੇ, ਸ਼ਾਂਤਮਈ ਤਰੀਕੇ ਦੇ ਨਾਲ ਜਾਣ ਦੇਣਾ ਚਾਹੀਦਾ, ਰੋਕਣਾ ਨਹੀਂ ਸੀ ਚਾਹੀਦਾ ਹਰਿਆਣੇ ਦੀ ਸਰਕਾਰ ਨੂੰ। ਉਧਰ ਮਨੋਹਰ ਲਾਲ ਖੱਟਰ ਨੇ ਟਵੀਟ ਕਰਕੇ ਕਹਿ ਦਿੱਤਾ ਹੈ ਕਿ ਮੈਂ 3 ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਭ ਰਿਹਾ ਟੈਲੀਫੋਨ ਤੇ, ਤਾਂ ਕਿ ਗੱਲ ਕੀਤੀ ਜਾਏ, ਤਾਂ ਕਿ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਹੈ ਮਿਲ ਕੇ ਹੱਲ ਕੀਤੀ ਜਾਏ। ਉਹ ਮੈਨੂੰ ਲੱਭ ਨਹੀਂ ਰਹੇ। ਤੇ ਇੱਕ ਤਾਂ ਸਵਾਲ ਇਹ ਹੈ ਕਿ ਪੋਲੀਟੀਕਲ ਹਿੱਤ ਕਿਸ ਲੈਵਲ ਤੇ ਕੀ ਗੱਲ ਹੈ, ਔਰ ਖੱਟਰ ਸਰਕਾਰ ਕੇਵਲ ਅਮਰਿੰਦਰ ਸਿੰਘ ਨੂੰ ਕਿਉਂ ਲੱਭ ਰਹੇ ਨੇ? ਖੱਟਰ ਸਰਕਾਰ ਆਪਣੇ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਕਰ ਸਕਦੀ ਸੀ? ਔਰ ਖੱਟਰ ਚੱਲ ਕੇ ਜਿਹੜੇ ਹਰਿਆਣੇ ਦੀਆਂ ਘੱਟੋ ਘੱਟ ਕਿਸਾਨ ਜਥੇਬੰਦੀਆਂ ਨੇ ਉਹਦੇ ਨਾਲ ਤਾਂ ਕਰਦੇ ਨਾ, ਜੇਕਰ ਦੂਜਿਆਂ ਨਾਲ ਨਹੀਂ ਕਰਨੀ। ਔਰ ਜਾਂ ਉਹ ਠੀਕ ਦਿੱਲੀ ਨੂੰ ਘੱਟੋ ਘੱਟ ਠੀਕ ਰਾਏ ਦਿੰਦੇ ਕਿ ਐਡੇ ਵੱਡੇ ਕਿਸਾਨ ਅੰਦੋਲਨ ਨਾਲ ਸਿੱਝਣਾ ਸੌਖਾ ਕੰਮ ਨਹੀਂ ਹੈ, ਇਹ ਤਰੀਕਾ ਨਹੀਂ ਹੈ, ਇਹਦੇ 'ਚ ਗੱਲਬਾਤ ਕਰੋ। ਜਾਂ ਜਿਵੇਂ ਪੰਜਾਬ ਦੇ ਕੁਝ ਬੀਜੇਪੀ ਆਗੂਆਂ ਨੇ ਦਿੱਤਾ ਹੀ ਸੀ ਨਾ ਰਾਏ, ਚਾਹੇ ਸੁਰਜੀਤ ਕੁਮਾਰ ਜਿਆਣੀ ਨੇ ਜਾਂ ਬਾਕੀ ਲੋਕਾਂ ਨੇ, ਕਿ ਠੀਕ ਨਹੀਂ ਹੈ ਗੱਲ। ਇਸ ਕਰਕੇ ਕੇਵਲ ਇਹਨੂੰ ਤੁਸੀਂ ਕਾਨੂੰਨ ਵਿਵਸਥਾ ਦਾ ਮੁੱਦਾ ਬਣਾ ਕੇ ਪੇਸ਼ ਕਰੋਗੇ, ਇਹਨੂੰ ਡੈਮੋਕ੍ਰੈਟਿਕ ਹੱਕਾਂ ਦਾ, ਜਮਹੂਰੀ ਹੱਕਾਂ ਦਾ ਨਹੀਂ ਪੇਸ਼ ਕਰੋਗੇ, ਤਾਂ ਇਹ ਰੌਂਗ ਔਰ ਗਲਤ ਟਾਈਪ ਦਾ ਇੱਕ ਸਿਆਸਤ ਹੋ ਰਹੀ ਹੈ। ਔਰ ਇਹ ਸਿਆਸਤ ਲੋਕ ਪੱਖੀ ਸਿਆਸਤ ਨਹੀਂ ਹੈ। ਇਹ ਦੋਨਾਂ ਦਾ ਟਕਰਾਅ, ਆਪਣਾ ਆਪਣਾ ਇੰਟਰਸਟ ਦੋਨਾਂ ਦਾ ਹੋ ਸਕਦਾ ਉਸ ਪੱਧਰ ਦੇ ਉੱਤੇ। ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਮੂਵਮੈਂਟ ਹੈ, ਵਿਰੋਧੀ ਧਿਰ ਦੀ ਸਰਕਾਰ ਹੋਣ ਦੇ ਕਰਕੇ ਇਹਦਾ ਫਾਇਦਾ ਵੀ ਹੋਇਆ ਪੰਜਾਬ ਦੀ ਮੂਵਮੈਂਟ ਨੂੰ, ਉਹ 'ਚ ਕੋਈ ਦੋ ਰਾਮਾ ਨਹੀਂ। ਵੈਸੇ ਤਾਂ ਅੱਜ ਸੋਸ਼ਲ ਮੀਡੀਆ ਤੇ ਪੈਰਲਲ ਵੀ ਪਾਇਆ ਜਾ ਰਿਹਾ ਕਿ ਜੇ ਸੁਖਬੀਰ ਬਾਦਲ ਤੇ ਹਰਸਿਮਰਤ ਦਾ ਟਰੈਕਟਰ ਜਾ ਰਿਹਾ, ਔਰ ਆਮ ਆਦਮੀ ਪਾਰਟੀ ਦਾ ਟਰੈਕਟਰ ਵੀ ਹਰਸਪਾਲ ਚੀਮੇ ਉਹ ਨਹੀਂ ਬੈਠੇ ਨੇ, ਰਾਹੁਲ ਗਾਂਧੀ ਤੇ ਜਾਖੜ ਉਹ ਨਹੀਂ ਬੈਠੇ ਨੇ। ਉਹ ਕਹਿੰਦੇ ਨੇ ਇਹ ਟਰੈਕਟਰ ਕਿਤੇ ਗੁੰਮ ਹੋ ਗਏ ਨੇ, ਅੱਜ ਦਿਖਾਈ ਨਹੀਂ ਦਿੱਤੇ ਕਿਸਾਨਾਂ ਦੇ ਨਾਲ, ਪਹਿਲਾਂ ਚੱਲੇ ਸੀ ਕਿਸਾਨਾਂ ਦੇ ਪੱਖ 'ਚ, ਕਿੱਧਰ ਗਏ, ਦਿੱਲੀ ਨਹੀਂ ਪਹੁੰਚੇ। ਇਹ ਵੀ ਆਪਣੇ ਆਪ 'ਚ ਇੱਕ ਉਹਨਾਂ ਦਾ ਗੁੱਸਾ ਨਜ਼ਰ ਆ ਰਿਹਾ। ਸਿਆਸਤਦਾਨ ਨੂੰ ਜੋ ਸਿਆਸਤ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਸੀ ਇਸ ਅੰਦੋਲਨ ਦੇ ਫੇਵਰ ਦੇ ਵਿੱਚ, ਉਹ ਨਹੀਂ ਕਰ ਰਿਹਾ। ਉਹ ਕੇਵਲ ਇਹਦੇ 'ਚੋਂ ਆਪਣੀ ਸਿਆਸਤ ਦੇ ਰਾਹੀਂ ਵੋਟ ਬੈਂਕ ਬਣਾਉਣਾ ਚਾਹੁੰਦਾ। ਇਹਦਾ ਮਤਲਬ ਕਿਸਾਨ ਅੰਦੋਲਨ ਇਹ ਗੱਲਾਂ ਸਮਝ ਰਹੇ ਹੈ। ਇਹ ਸੰਕੇਤ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦਾ। ਜੀ ਹਮੀਰ ਸਿੰਘ ਜੀ, ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਉਹ ਤਾਂ ਲੋਕਾਂ ਦੇ ਅੱਗੇ ਦਿਖ ਹੀ ਰਿਹਾ। ਅਸੀਂ ਜਾਣਨਾ ਚਾਹਾਂਗੇ ਕਿਸਾਨੀ ਸੰਘਰਸ਼ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਤੋਂ ਬਾਹਰ ਕਿਸ ਤਰ੍ਹਾਂ ਦਾ ਹੈਗਾ, ਉਹ ਕਿਸ ਤਰ੍ਹਾਂ ਰੁਖ ਤਿਆਰ ਕਰ ਚੁੱਕਿਆ ਹੈ, ਅਸੀਂ ਜਾਣਨਾ ਚਾਹਾਂਗੇ। ਈਵਨ ਹਰਿਆਣੇ ਦੇ ਵਿੱਚ ਵੀ ਇਹ ਗੱਲ ਹੋਈ ਹੈ ਕਿ ਇਕੱਲਾ ਇਹ ਨਹੀਂ, ਹੋਰ ਵੀ ਕਈ ਗਰੁੱਪ ਚੱਲੇ ਸੀ। ਮਤਲਬ ਗੁਰਨਾਮ ਸਿੰਘ ਚੰਦੂਨੀ ਤੋਂ ਇਲਾਵਾ ਵੀ ਕੁਝ ਗਰੁੱਪ ਚੱਲੇ ਸੀ। ਇੱਕ ਗਰੁੱਪ ਲੈ ਕੇ ਗੁਰੂਗ੍ਰਾਮ ਜਾ ਰਿਹਾ ਸੀ, ਜੋਗਿੰਦਰ ਯਾਦਵ ਦੇ ਗਰੁੱਪ ਨੂੰ ਵੀ ਗ੍ਰਿਫਤਾਰ ਕੀਤਾ, ਉਹਨੂੰ ਕੀਤਾ, ਤੇ ਹੋਰ 6 ਜਗ੍ਹਾ ਤੋਂ ਹੋਰ ਚੱਲੇ ਨੇ, ਉਹ ਵੀ ਹੈ। ਉਧਰੋਂ ਮਹਾਰਾਸ਼ਟਰ ਤੋਂ ਕਈ ਦਿਨਾਂ ਤੋਂ ਚੱਲੇ ਹੋਏ ਨੇ ਕਈ ਕਿਸਾਨ ਆਗੂ, ਤੇ ਮੇਧਾ ਪਾਟਕਰ ਖਾਸ ਤੌਰ ਤੇ ਉਹਨਾਂ ਦੀ ਅਗਵਾਈ ਕਰਕੇ ਉਹਨਾਂ ਨੂੰ ਯੂਪੀ 'ਚ ਰੋਕ ਲਿਆ। ਉੱਥੇ ਉਹਨੇ ਵਰਤ ਰੱਖਤਾ ਹੈ ਤੇ ਉੱਥੇ ਬੈਠੇ ਹੋਏ ਨੇ। ਉੱਤਰਾਖੰਡ ਤੋਂ ਕਿਸਾਨ ਚੱਲੇ ਸੀ, ਉਹਨਾਂ ਨੂੰ ਵੀ ਯੂਪੀ 'ਚ ਆਉਂਦੇ, ਦਿੱਲੀ ਵੱਲ ਆਉਂਦੇ ਰੋਕ ਲਿਆ ਗਿਆ ਤੇ ਨਹੀਂ ਆਉਣ ਦਿੱਤੇ। ਈਵਨ ਰਾਜਸਥਾਨ ਦੇ ਸੈਕਸ਼ਨ 'ਚ ਵੀ ਸਾਰੇ ਕਿਤੇ ਅਸਲ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਰਿਹਾ। ਔਰ ਜਿੱਥੇ ਕਿਤੇ ਹੈ ਵੱਡਾ ਹਜੂਮ ਚਾਹੇ ਨਾ ਵੀ, ਪਰ ਇਹਦਾ ਮਤਲਬ ਇਹ ਹੈ ਕਿ ਕਿਸਾਨਾਂ ਨੇ ਚਾਲੇ ਪਾਏ ਨੇ ਸਾਰੇ ਕਿਤੋਂ। ਦੱਖਣੀ ਭਾਰਤ ਦੇ ਕੁਝ ਸਟੇਟਾਂ ਤੋਂ ਵੀ ਕਿਸਾਨ ਆ ਰਹੇ ਨੇ, ਔਰ ਉਹਨਾਂ ਨੇ ਦਿੱਲੀ ਨੂੰ ਘੇਰਨ ਦੀ ਜਿਹੜੀ ਗੱਲ ਸੀ ਉਹ ਸੜਕਾਂ ਤੇ ਬੈਠ ਗਏ ਨੇ ਆਪੋ ਆਪਣੀਆਂ ਜਗ੍ਹਾ। ਇਹਦਾ ਮਤਲਬ ਕਿਸਾਨ ਅੰਦੋਲਨ ਪਹਿਲਾਂ ਦੇ ਮੁਕਾਬਲੇ ਦੂਜੀ ਜਗ੍ਹਾ ਵੀ ਪਣਪਣ ਲੱਗਿਆ ਤੇ ਕੁਝ ਨਾ ਕੁਝ ਉਹਦਾ ਵਿਸਤਾਰ ਹੋਣਾ ਸ਼ੁਰੂ ਹੋਇਆ ਉਸ ਪੱਧਰ ਦੇ ਉੱਤੇ ਜਾ ਕੇ। ਜੀ ਹਮੀਰ ਸਿੰਘ ਜੀ, ਕਿਸਾਨੀ ਸੰਘਰਸ਼ ਜਿਹੜਾ ਸੀਗਾ ਉਹ ਇਕੱਠਿਆਂ ਸ਼ੁਰੂ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਕੋਈ ਵੀ ਪ੍ਰਦਰਸ਼ਨ, ਕੋਈ ਵੀ ਸਰਕਾਰ ਦੇ ਵਿਰੁੱਧ ਫੈਸਲਾ ਇਕੱਠੇ ਲੈਣ ਦਾ ਜਿਹੜਾ ਸੀਗਾ ਐਲਾਨ ਕੀਤਾ ਸੀ। ਪਰ ਅੱਜ ਜਿਹੜਾ ਕਿ 26 ਤੇ 27 ਨਵੰਬਰ ਨੂੰ ਦਿੱਲੀ ਦੇ ਘਿਰਾਓ ਦਾ ਐਲਾਨ ਸੀ, ਅੱਜ ਕਿਸਾਨ ਜਥੇਬੰਦੀਆਂ ਜਿਹੜੀ ਇਕਜੁੱਟ ਦਾ ਉਹਦੇ ਵਿੱਚ ਬਹੁਤ ਹੀ ਕਮਜ਼ੋਰੀ ਦਿਖਾਈ ਦਿੱਤੀ ਹੈ। ਉਹ ਆਪਣੇ ਵੱਖ-ਵੱਖ ਸੂਰਾਂ ਤੇ ਵੱਖ-ਵੱਖ ਥਾਵਾਂ ਤੇ ਜਿਹੜੇ ਹੈਗੇ ਸੰਘਰਸ਼ ਕਰਦੇ ਦਿਖਾਈ ਦਿੱਤੇ ਨੇ। ਉਹਨਾਂ 'ਚ ਅੱਜ ਇਕਜੁੱਟਤਾ ਦੀ ਕਮਜ਼ੋਰੀ ਸੀ। ਇਹ ਕਿਉਂ? ਅਸਲ ਦੇ ਵਿੱਚ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਖਾਸ ਤੌਰ ਤੇ 30 ਜਥੇਬੰਦੀਆਂ ਅਲੱਗ ਨੇ
ਤੇ ਦੋ ਜਥੇਬੰਦੀਆਂ ਉਗਰਾਹਾਂ ਗਰੁੱਪ ਤੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਪਹਿਲਾਂ ਹੀ ਕਹਿੰਦੇ ਨੇ ਅਸੀਂ ਤਾਲਮੇਲ ਮੇਲ ਐਕਸ਼ਨ 'ਚ ਲੱਗਾ। ਪਰ ਉਹਦੇ ਤੋਂ ਬਾਅਦ ਜਿਹੜੀਆਂ ਲਗਭਗ 500 ਜਥੇਬੰਦੀਆਂ ਦੀ ਇੱਕ ਕੋਰ ਗਰੁੱਪ ਬਣਿਆ ਸੀ 6-7 ਮੈਂਬਰਾਂ ਦਾ। 2 ਮੈਂਬਰ ਤਾਂ ਪਹਿਲਾਂ ਹੀ ਹੋ ਗਏ। ਇੱਕ ਤਾਂ ਜਿਹੜਾ BM ਸਿੰਘ ਨੇ ਕਹਿਤਾ ਸੀਗਾ ਕਿ ਦਿੱਲੀ ਆਉਣ ਦੀ ਲੋੜ ਨਹੀਂ, ਕਰੋਨਾ ਫੈਲ ਗਿਆ, ਉਦੋਂ ਹੀ ਉਹਨਾਂ ਨੇ ਕਹਿਤਾ ਕਿ ਉਹ ਤਾਂ ਗਲਤ ਹੈ ਜੀ ਉਹਦਾ ਸੱਦਾ। 5 ਮੈਂਬਰ ਮੇਨ ਸੀ ਜਿਹੜੇ, ਔਰ ਉਹ 5 ਮੈਂਬਰਾਂ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਜਿੱਥੇ ਵੀ ਬਾਰਡਰ ਤੇ ਕੋਸ਼ਿਸ਼ ਕਰਾਂਗੇ ਜਾਣ ਦੀ, ਜਿੱਥੇ ਤੱਕ ਜਾਣ ਦਿੱਤਾ ਜਾਵਾਂਗੇ, ਤੇ ਜਦੋਂ ਰੋਕ ਲਿਆ ਗਿਆ ਤਾਂ ਉੱਥੇ ਧਰਨਾ ਦੇ ਕੇ ਆਪਾਂ ਸ਼ੁਰੂ ਕਰ ਦਾਂਗੇ ਅਣਮਿੱਥੇ ਸਮੇਂ ਦਾ ਮਾਮਲਾ। ਤੇ ਉਹ ਮਾਮਲੇ ਦੇ ਵਿੱਚ ਹੁਣ ਫਰਕ ਇਹ ਪੈ ਗਿਆ ਕਿ ਜਿਹੜਾ ਤਾਂ ਖਨੌਰੀ ਸੀ ਜਾਂ ਡੱਬ ਵਾਲੀ ਸੀ, ਜਿਹੜਾ ਉਗਰਾਹਾਂ ਗਰੁੱਪ ਹੈ ਉਹਨੇ ਤਾਂ ਪਹਿਲਾਂ ਹੀ ਆਪਣੀਆਂ ਸਟੇਜਾਂ ਲਾ ਲਈਆਂ। ਉਹ ਤਾਂ ਉੱਥੇ ਮਤਲਬ ਅੱਗੇ ਤੱਕ ਜਾ ਕੇ ਜਾਂ ਉੱਥੇ ਅੱਗੇ ਜਾਣ ਦੀ ਕੋਸ਼ਿਸ਼ ਵੀ ਨਹੀਂ ਉਸ ਲੈਵਲ ਤੇ ਹੋਈ। ਉਹਨਾਂ ਨੇ ਕਿਹਾ ਕਿ ਜਦੋਂ ਉੱਥੇ ਬੈਰੀਕੇਡ ਲਾਤੇ ਨੇ ਤੇ ਆਪਾਂ ਇੱਥੇ ਬੈਠ ਕੇ ਮੋਰਚਾ ਲਾਤਾ ਤੇ ਆਪਾਂ ਇੱਥੇ ਬੈਠ ਕੇ ਸਟੇਜ ਚਲਾ ਰਹੇ ਹਾਂ। ਪਰ ਜਿਹੜੀਆਂ ਬਾਕੀ ਜਥੇਬੰਦੀਆਂ ਦਾ ਸਵਾਲ ਸੀ, ਉਹ ਜਥੇਬੰਦੀਆਂ ਦੇ ਵਿੱਚ ਉਹ ਇਹ ਹੋਇਆ ਕਿ ਜਿਵੇਂ ਜਿਵੇਂ ਨੌਜਵਾਨ ਪਹਿਲਾਂ ਆਉਂਦੇ ਗਏ, ਲੱਗਦਾ ਹੈ ਕਿ ਲੀਡਰ ਬਾਅਦ ਦੇ ਵਿੱਚ ਪਿੱਛੇ ਰਹਿ ਗਏ, ਭੱਜ ਨੱਠ ਦੇ ਵਿੱਚ ਵੀ ਅੱਗੇ ਜਾ ਕੇ ਨੌਜਵਾਨਾਂ ਨੇ ਆਪਣੇ ਆਪਣੇ ਥਾਂ ਤੇ ਨਾਕੇ ਤੋੜਨੇ ਸ਼ੁਰੂ ਕਰਤੇ। ਔਰ ਕਾਫੀ ਜਥੇਬੰਦੀਆਂ ਦੀ ਲੀਡਰਸ਼ਿਪ ਨੌਜਵਾਨਾਂ ਦੇ ਨਾਲ ਹੋ ਤੁਰੀ, ਫਿਰ ਉਹ ਜਾ ਰਹੀ ਹੈ ਦਿੱਲੀ ਨੂੰ ਉਹਦੇ ਨਾਲ। ਕੁਝ ਜਥੇਬੰਦੀਆਂ ਜਿਵੇਂ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਸੁਣੇ ਗਏ ਇੱਥੇ ਸੰਭੂ ਦੇ ਵਿੱਚ, ਉਹਨਾਂ ਨੂੰ ਵੀ ਤੁਸੀਂ ਵਾਪਸ ਆ ਜਾਓ, ਆਪਣਾ ਇਹ ਫੈਸਲਾ ਨਹੀਂ, ਆਪਾਂ ਇੱਥੇ ਰੁਕਣਾ, ਜਿੱਥੇ ਵੀ ਰੁਕਣਾ ਉੱਥੇ ਰੁਕਾਂਗੇ। ਸ਼ਾਇਦ ਉਹ ਸੁਣਵਾਈ ਉਸ ਰੂਪ ਦੇ ਵਿੱਚ ਨੇ। ਇਹਦੇ ਚੋਂ ਇੰਨੀ ਕੁ ਗੱਲ ਨਜ਼ਰ ਆਉਂਦੀ ਹੈ ਕਿ ਜਦੋਂ ਵੀ ਕੋਈ ਸੰਘਰਸ਼ ਚੱਲਦਾ ਹੈ, ਔਰ ਲਾਜ਼ਮੀ ਹੈ ਕਿ ਜਿਹੜਾ ਨੌਜਵਾਨ ਤਬਕਾ ਹੈ ਉਹ ਜ਼ਿਆਦਾ ਊਰਜਾਵਾਨ ਹੁੰਦਾ ਤੇ ਉਹਦੇ 'ਚ ਜੋਸ਼ ਬਹੁਤ ਜ਼ਿਆਦਾ ਹੁੰਦਾ, ਤੇ ਉਸ ਜੋਸ਼ ਨੂੰ ਕਿਵੇਂ ਵਿਉਂਤਬੰਦ ਕਰਨਾ ਹੈ, ਇਹ ਸਾਰੀਆਂ ਲੀਡਰਸ਼ਿਪ ਦੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਸਾਰੇ ਹੋ। ਔਰ ਈਵਨ ਉੱਥੇ ਵੀ ਇਹ ਕਹਿੰਦੇ ਦਿਖੇ ਕਿ ਕਾਫੀ ਲੋਕ ਖਨੌਰੀ ਵਾਲੀ ਸਾਈਡ ਵੀ ਉਗਰਾਹਾਂ ਗਰੁੱਪ ਦੇ ਝੰਡੇ ਲੈ ਕੇ ਵੀ ਨਾਲ ਬਾਗੇ ਕਾਫੀ ਨੌਜਵਾਨ, ਔਰ ਉਸ ਸਟੇਜ ਤੋਂ ਇਹ ਕਹਿੰਦੇ ਦਿਖੇ ਲੋਕ, ਮਤਲਬ ਉਗਰਾਹਾਂ ਗਰੁੱਪ ਵੀ, ਉਹ ਸਾਡਾ ਮੈਂਬਰ ਨਹੀਂ ਹੋਊਗਾ ਝੰਡੀਆਂ ਲੈ ਲਏ, ਵੀ ਜਿਹੜਾ ਅੱਗੇ ਜਾਊਗਾ ਸਾਡੀ ਅਨੁਸ਼ਾਸਨ ਜਥੇਬੰਦੀ ਆ, ਇੱਥੇ ਅਸੀਂ ਬੈਠਾਂਗੇ। ਹੁਣ ਇਹ ਇੱਕ ਬੜਾ ਵੱਡਾ ਸਵਾਲ ਹੈ ਵੀ ਪਹਿਲੀ ਗੱਲ ਤਾਂ ਸਭ ਦਾ ਇੱਕ ਤਾਲਮੇਲ ਹੋਣਾ ਚਾਹੀਦਾ। ਤਾਲਮੇਲ ਵੀ ਐ ਨਹੀਂ ਹੁੰਦਾ ਕਿ ਅਸੀਂ ਤਾਂ ਆਹ ਕਰਤਾ ਦੂਜੇ ਨੇ ਆਹ ਕਰਤਾ। ਤਾਲਮੇਲ ਦਾ ਮਤਲਬ ਹੁੰਦਾ ਇੱਕੋ ਜਿਹੀ ਅਪਰੋਚ ਹੋਣੀ ਚਾਹੀਦੀ ਹੈ ਉਸ ਮਾਮਲੇ ਦੇ ਵਿੱਚ, ਉਹਨੂੰ ਨਹੀਂ। ਔਰ ਦੂਜੀ ਗੱਲ ਇਹ ਕਿ ਜਿਹੜੀਆਂ ਜਥੇਬੰਦੀਆਂ ਆਪਣੇ ਆਪਣੇ ਨਾਲ ਜਿਹੜਾ ਕੇਡਰ ਲਿਆਈਆਂ ਨੇ, ਤੇ ਜੇ ਉਹ ਕੇਡਰ ਦੇ ਨਾਲ ਉਹਨਾਂ ਦੀ ਕਮਾਂਡ ਹੈ ਜਾਂ ਨਹੀਂ ਹੈ, ਇਹ ਸੋਚਣਾ ਦਾ ਸਵਾਲ ਹੈ। ਔਰ ਇਹਦੇ ਤੋਂ ਇੱਕ ਗੱਲ ਸਾਡੇ ਸਾਹਮਣੇ ਆ ਰਹੀ ਹੈ, ਮੇਰਾ ਖਿਆਲ ਹੈ ਕਿ ਜਿੰਨਾ ਜਥੇਬੰਦੀਆਂ ਦਾ ਸਾਈਜ਼ ਹੈ, ਅੰਦੋਲਨ ਉਦੋਂ ਵੱਡਾ ਹੋ ਚੁੱਕਿਆ। ਅੰਦੋਲਨ ਦਾ ਸਾਈਜ਼ ਕਾਫੀ ਵਿਆਪਕ ਹੈ, ਹਜੇ ਜਥੇਬੰਦੀਆਂ ਨੇ ਉੱਥੇ ਤੱਕ ਪਹੁੰਚਣ ਲਈ ਅਪਰੋਚ ਕਰਨੀ ਹੈ, ਤੇ ਇਹਦੇ ਵਾਸਤੇ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਪਏਗੀ। ਜਥੇਬੰਦੀਆਂ ਨੂੰ ਆਪਸ 'ਚ ਬੈਠ ਕੇ ਵੀ ਰਿਵਿਊ ਕਰਨਾ ਪਏਗਾ। ਇੱਕ ਤਾਂ ਜੇ ਟਕਰਾਅ ਵੱਧ ਗਿਆ, ਹਿੰਸਕ ਹੋ ਗਿਆ, ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਹੈ ਕਿ ਇਹ ਹਿੰਸਾ ਵੱਲ ਚਲਾ ਜਾਏ। ਦੂਜਾ ਉਹ ਇਹ ਵੀ ਚਾਹੁੰਦੀ ਹੈ ਕਿ ਇਹ ਪੰਜਾਬੀਅਤ ਦੇ ਅੰਦੋਲਨ ਦੀ ਬਜਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਾਰਮਿਕ ਐਂਗਲ ਲੈ ਜੇ, ਜਿਵੇਂ ਕਈ ਟੀਵੀ ਚੈਨਲਾਂ ਰਾਹੀਂ ਚਲਾਇਆ ਵੀ ਜਾ ਰਿਹਾ ਕਿ ਇੱਥੇ ਖਾਲਿਸਤਾਨੀ ਆ ਗਏ, ਫਲਾਨਾ ਆ ਗਿਆ, ਫਲਾਨਾ ਆ ਗਿਆ। ਇਹਨਾਂ ਸਾਰੀਆਂ ਗੱਲਾਂ ਤੋਂ ਸੰਜਮ ਦੇ ਨਾਲ, ਸਲੀਕੇ ਦੇ ਨਾਲ ਹਿੰਸਕ ਅੰਦੋਲਨ ਦੀ ਬਜਾਏ ਪੀਸਫੁਲ ਅੰਦੋਲਨ ਦਾ ਜੋ ਤਰੀਕਾਕਾਰ ਹੈ, ਉਹਦੇ ਲਈ ਜ਼ਰੂਰੀ ਹੈ ਕਿ ਤੁਹਾਡੀਆਂ ਸਟੇਜਾਂ ਦੀ ਸ਼ਬਦਾਵਲੀ ਉਹਦੇ ਮੁਤਾਬਕ ਹੈ, ਤੁਹਾਡਾ ਆਚਰਣ ਉਹਦੇ ਮੁਤਾਬਕ ਹੈ, ਔਰ ਤੁਹਾਡੀ ਵਿਉਂਤਬੰਦੀ ਉਹਦੇ ਮੁਤਾਬਕ ਹੈ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਅੰਦੋਲਨ ਦੇ ਆਗੂਆਂ ਦੇ ਉੱਤੇ, ਕਿ ਉਹਨੂੰ ਕਿਵੇਂ ਰੱਖ ਸਕਦੀ ਹੈ। 26-27 ਹੋ ਜਾਏਗਾ, ਲੰਘੇਗਾ ਜਿਸ ਤਰੀਕੇ ਦੇ ਨਾਲ ਵੀ ਚੱਲ ਰਿਹਾ, ਕੋਈ ਗੱਲ ਨਹੀਂ, ਅੰਦੋਲਨ ਚੱਲ ਰਿਹਾ। ਤੇ ਇਸ ਤੋਂ ਬਾਅਦ ਉਹ ਕਿੱਥੇ ਪੱਕਾ ਅਖਾੜਾ ਲਾ ਕੇ ਬੈਠਦੇ ਨੇ, ਕਿਸ ਤਰੀਕੇ ਦਾ ਹੁੰਦਾ ਹੈ। ਔਰ ਇਹ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੈ ਅੰਦੋਲਨ ਤੇ, ਇਕੱਲੇ ਕਿਸਾਨ ਜਥੇਬੰਦੀਆਂ ਤੇ ਨਹੀਂ, ਇਹ ਸਮੁੱਚੇ ਪੰਜਾਬ ਦੇ ਬੌਧਿਕ ਵਰਗ ਤੇ ਵੀ, ਪੰਜਾਬ ਦੀ ਸਿਆਸਤ ਤੇ ਵੀ, ਪੰਜਾਬ ਦੇ ਸਮੁੱਚੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਅੰਦੋਲਨ ਨੂੰ ਜੇ ਅੰਜਾਮ ਤੱਕ ਪਹੁੰਚਾਉਣਾ ਹੈ, ਉਹਨੂੰ ਪੀਸਫੁਲ ਰੱਖਣਾ, ਤੇ ਉਹਨੂੰ ਕਿਸੇ ਕਿਨਾਰੇ ਲਾਉਣਾ, ਤੇ ਉਹਦੀ ਧਾਰ ਜਿਹੜੀ ਹੈ ਉਸ ਗੱਲ ਤੇ ਕੇਂਦਰਿਤ ਰੱਖਣਾ ਜਿੱਥੇ ਮਰਜ ਪਿਆ ਹੈ। ਚਾਹੇ ਉਹ ਫੈਡਰਲਿਜ਼ਮ ਦਾ ਕੁਐਸਚਨ ਹੈ, ਚਾਹੇ ਉਹ ਵੱਧ ਅਧਿਕਾਰਾਂ ਦਾ ਜਿਹੜਾ ਸਵਾਲ ਹੈ ਉਹ ਹੈ, ਚਾਹੇ ਉਹ ਪੀਸਫੁਲ ਹੋ ਕੇ ਇਕਜੁੱਟ ਸੁਨੇਹਾ ਦੇਣ ਦਾ ਸਵਾਲ ਹੈ। ਇਹ ਬਹੁਤ ਵੱਡਾ ਕੁਐਸਚਨ ਹੈ। ਇਸੇ ਲਈ ਉਹ ਅੱਗੇ ਜਿਹੜਾ ਅੰਦੋਲਨ ਹੈ ਹੁਣ ਤੱਕ ਜਿਵੇਂ ਚੱਲੇ ਆ, ਇਹਨੂੰ ਹੋਰ ਮਜ਼ਬੂਤੀ ਮਿਲੇਗੀ ਜੇਕਰ ਸਾਰੀਆਂ ਜਥੇਬੰਦੀਆਂ ਆਪਣੇ ਤਰੀਕੇ ਦੇ ਨਾਲ, ਆਪਣੀ ਹਉਮੈ, ਆਪਣੇ ਥੋੜ੍ਹੇ ਬਹੁਤ ਤਰੀਕੇ, ਮੈਂ ਮਜ਼ਬੂਤ ਹਾਂ, ਮੈਂ ਨਹੀਂ ਮਜ਼ਬੂਤ ਹਾਂ, ਇਹਨੂੰ ਛੱਡ ਕੇ ਜਿਵੇਂ ਜਿਵੇਂ ਏਕਤਾ ਦੇ ਵਿੱਚ ਜਾਣਗੀਆਂ, ਜਿਵੇਂ ਜਿਵੇਂ ਜਿਹੜੇ ਫੈਸਲੇ ਹੁੰਦੇ ਨੇ ਉਹਦੇ ਤੇ ਅਡਿੱਗ ਰਹਿਣਗੀਆਂ। ਤੇ ਤੁਸੀਂ ਫੈਸਲਾ ਲਓ, ਜੇ ਤੁਸੀਂ ਨੇੜੇ ਜਾ ਕੇ ਵੀ ਫੈਸਲਾ ਲੈ ਲਿਆ ਕਿ ਅਸੀਂ ਤੋੜ ਦੇਣਾ, ਤਾਂ ਫੈਸਲਾ ਕਰੋ, ਤੇ ਆਗੂ ਫੈਸਲਾ ਕਰਨ ਕਿ ਹੁਣ ਸਾਡਾ ਫੈਸਲਾ ਇਹ ਹੈ, ਪਹਿਲਾਂ ਸਾਡਾ ਫੈਸਲਾ ਇਹ ਸੀ। ਫਿਰ ਐਂ ਲੱਗਦਾ ਕਿ ਆਗੂਆਂ ਦੀ ਜਿਹੜੀ ਕਮਾਂਡ ਦੇ ਵਿੱਚ ਅੰਦੋਲਨ ਹੈ। ਇਸ ਗੱਲ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣ ਦੀ ਲੋੜ ਹੈ। ਔਰ ਜਿੰਨਾ ਵੀ ਯੂਥ ਹੈ ਉਹਦੇ ਨਾਲ ਸੰਵਾਦ ਰਚਾਉਣ ਦੀ ਲੋੜ ਹੈ। ਯੂਥ ਆਉਂਦਾ ਤੁਹਾਡੇ ਕੋਲ, ਯੂਥ ਆ ਕੇ ਅਜੇ ਜੇਕਰ ਇਕੱਲਾ ਉਹ 'ਚ ਜੋਸ਼ ਹੈ,
ਉਹਨੂੰ ਜੇਕਰ ਵਿਰਾਸਤ ਨਾਲ ਜੋੜ ਕੇ ਤੇ ਉਹਨੂੰ ਭਵਿੱਖ ਦੇ ਅੰਦੋਲਨ ਦੀ ਤਰਤੀਬ ਤੇ ਵਿਉਂਤਬੰਦੀ ਦੇ ਲੈਵਲ ਤੇ ਨਹੀਂ ਲਿਜਾਇਆ ਜਾਂਦਾ ਤਾਂ ਵੀ ਗੱਲ ਕਈ ਵਾਰ ਗੜਬੜ ਹੋ ਜਾਂਦੀ ਹੈ ਤੇ ਉਹਨੂੰ ਬਹੁਤ ਜ਼ਿਆਦਾ ਸੰਵਾਦ ਬਾਰ-ਬਾਰ ਰਚਾਉਣ ਦੀ ਲੋੜ ਹੈ ਤੇ ਉਹਦੀ ਵਿਉਂਤਬੰਦੀ ਦੀ ਲੋੜ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।